ਅੱਜ ਆਪਾਂ ਡਿਸਕਸ ਕਰਨਾ ਹੈ ਐਕਜ਼ੋਮੈਟ੍ਰਿਕ ਅਪਰੋਚ ਟੂ ਪ੍ਰੋਬੈਬਿਲਿਟੀ। ਤਾਂ ਆਪਾਂ ਇਸ ਤੋਂ ਪਹਿਲਾਂ ਰੈਂਡਮ ਐਕਸਪੈਰੀਮੈਂਟ ਪੜ੍ਹਿਆ, ਫਿਰ ਅਸੀਂ ਰੈਂਡਮ ਐਕਸਪੈਰੀਮੈਂਟ ਦਾ ਸੈਂਪਲ ਸਪੇਸ ਪੜ੍ਹਿਆ, ਫਿਰ ਅਸੀਂ ਇਵੈਂਟਸ ਬਾਰੇ ਡਿਸਕਸ ਕੀਤਾ। ਫਿਰ ਅਸੀਂ ਕੁਝ ਗੱਲਾਂ ਪਹਿਲਾਂ ਹੀ ਜਾਣਦੇ ਹਾਂ ਵੀ ਕਿਸੇ ਇਵੈਂਟ ਦੀ ਜਿਹੜੀ ਪ੍ਰੋਬੈਬਿਲਿਟੀ ਹੈ ਉਹ ਹਮੇਸ਼ਾ greater than equal to 0 ਤੇ less than equal to 1। ਜ਼ੀਰੋ ਪ੍ਰੋਬੈਬਿਲਿਟੀ ਕਿਹਦੀ ਹੁੰਦੀ ਹੈ? ਜਿਹੜੀ ਇੰਪੋਸੀਬਲ ਇਵੈਂਟ ਹੁੰਦੀ ਹੈ। ਜਿਵੇਂ ਅਸੀਂ ਡਿਸਕਸ ਕੀਤੀ ਸੀ ਇੰਪੋਸੀਬਲ ਇਵੈਂਟ, ਜਿਹਨੂੰ ਅਸੀਂ ਫਾਈ ਕਹਿੰਦੇ ਹਾਂ। ਫਾਈ ਦੀ ਪ੍ਰੋਬੈਬਿਲਿਟੀ ਹਮੇਸ਼ਾ 0 ਹੁੰਦੀ ਹੈ ਤੇ ਜਿਹੜੀ ਸ਼ਿਓਰ ਇਵੈਂਟ ਹੁੰਦੀ ਹੈ ਉਹਦੀ ਪ੍ਰੋਬੈਬਿਲਿਟੀ ਹਮੇਸ਼ਾ 1 ਹੁੰਦੀ ਹੈ। ਇਹਨਾਂ ਦੋਵਾਂ ਤੋਂ ਬਿਨਾ ਬਾਕੀ ਸਾਰੀਆਂ ਪ੍ਰੋਬੈਬਿਲਿਟੀਜ਼ ਦੀ ਜਿਹੜੀ ਵੈਲਿਊ ਹੈ ਉਹ 0 ਤੋਂ ਲੈ ਕੇ 1 ਦੇ ਵਿਚਕਾਰ ਰਹਿੰਦੀ ਹੈ। ਠੀਕ ਹੈ ਨਾ? ਇਹਨਾਂ ਦੇ ਵਿਚਕਾਰ ਰਹੇਗੀ 0 ਤੇ 1 ਦੇ ਵਿਚਕਾਰ। ਹੁਣ ਐਕਸੀਓਮੈਟਿਕ ਅਪਰੋਚ ਕੀ ਕਹਿੰਦੀ ਹੈ? ਡੈਫੀਨੇਸ਼ਨ ਹੈ ਇਹਦੀ ਇੱਕ ਐਕਸੀਓਮੈਟਿਕ ਡੈਫੀਨੇਸ਼ਨ ਆਫ ਪ੍ਰੋਬੈਬਿਲਿਟੀ। ਉਹ ਕੀ ਕਹਿੰਦੀ ਹੈ ਵੀ ਜੇ ਸਾਡੇ ਕੋਲੇ ਕਿਸੇ ਰੈਂਡਮ ਐਕਸਪੈਰੀਮੈਂਟ ਦਾ ਸੈਂਪਲ ਸਪੇਸ ਆ ω1 ω2 ω3 ਐਂਡ ਸੋ ਔਨ up to ωn, ਅਸੀਂ ਜਾਣਦੇ ਹਾਂ ω1 ω2 ω3 ω4 ਕੀ ਨੇ? ਇਹ ਸਾਰੇ ਹੈਗੇ ਆ ਇਸ ਰੈਂਡਮ ਐਕਸਪੈਰੀਮੈਂਟ ਦੇ ਪੋਸੀਬਲ ਆਊਟਕਮਸ। ਤਾਂ ਸੈਂਪਲ ਸਪੇਸ ਦੇ ਵਿੱਚ ਅਸੀਂ ਸਾਰੇ ਪੋਸੀਬਲ ਆਊਟਕਮਸ ਹੀ ਲਿਖਦੇ ਹੁੰਦੇ ਹਾਂ। ਤਾਂ ਕਿਸੇ ਵੀ ਇੱਕ ਆਊਟਕਮ ਨੂੰ ਲੈ ਕੇ ਜੇ ਅਸੀਂ ਇੱਕ ਇਵੈਂਟ ਬਣਾ ਲਈਏ ਤਾਂ ਇਹਨਾਂ ਨੂੰ ਅਸੀਂ ਐਲੀਮੈਂਟਰੀ ਇਵੈਂਟਸ ਕਹਿੰਦੇ ਹੁੰਦੇ ਹਾਂ। ਇਹਨਾਂ ਨੂੰ ਅਸੀਂ ਕੀ ਕਹਿੰਦੇ ਸਾਰਿਆਂ ਨੂੰ? ਐਲੀਮੈਂਟਰੀ ਇਵੈਂਟਸ। ਠੀਕ ਹੈ ਨਾ? ਤਾਂ ਐਕਸੀਓਮੈਟਿਕ ਡੈਫੀਨੇਸ਼ਨ ਕਹਿੰਦੀ ਹੈ ਵੀ ਕਿਸੇ ਵੀ ਐਲੀਮੈਂਟਰੀ ਇਵੈਂਟ ਦੀ ਪ੍ਰੋਬੈਬਿਲਿਟੀ ω_i ਲੈ ਲਿਆ, ਅਸੀਂ ਇੱਕ ਜਨਰਲ ਇਵੈਂਟ ਲੈ ਲਈ, ਜਨਰਲ ਆਊਟਕਮ ਲੈ ਲਿਆ ਇਹਦੇ ਚੋਂ, ਉਹਦੀ ਇਵੈਂਟ ਆਏਗੀ ਇੱਥੇ ਕਿਤੇ ω_i ਹੋਏਗਾ ਸਾਡੇ ਕੋਲੇ, ਉਹ ਇੱਕ ਜਨਰਲ ਲੈ ਲਿਆ ਸੀ ਐਲੀਮੈਂਟ ਇਹਦੇ ਚੋਂ। ਤਾਂ ਇਹਦੀ ਜਿਹੜੀ ਪ੍ਰੋਬੈਬਿਲਿਟੀ ਹੈ ਉਹ ਹਮੇਸ਼ਾ 0 ਤੋਂ ਵੱਡੀ ਜਾਂ ਬਰਾਬਰ ਤੇ 1 ਤੋਂ ਛੋਟੀ ਹੁੰਦੀ ਹੈ। ਪਹਿਲੀ ਗੱਲ, 0 ਤੋਂ ਵੱਡੀ ਹੋਣ ਦਾ ਮਤਲਬ ਪੋਜ਼ਿਟਿਵ ਹੋਏਗੀ, ਕਦੇ ਵੀ ਨੈਗੇਟਿਵ ਨਹੀਂ ਹੋਏਗੀ। 0 ਜਾਂ 0 ਤੋਂ ਵੱਡੀ ਹੋਣ ਦਾ ਮਤਲਬ, ਕਿਉਂਕਿ ਜਿਹੜੇ ਨੈਗੇਟਿਵ ਨੰਬਰ ਉਹ 0 ਤੋਂ ਛੋਟੇ ਹੁੰਦੇ ਆ। 0 ਜਾਂ 0 ਤੋਂ ਵੱਡਾ ਹੋਣ ਦਾ ਮਤਲਬ ਪ੍ਰੋਬੈਬਿਲਿਟੀ ਦੀ ਜਿਹੜੀ ਵੈਲਿਊ ਹੈ ਕਿਸੇ ਵੀ ਐਲੀਮੈਂਟਰੀ ਇਵੈਂਟ ਦੀ ਜਿਹੜੀ ਪ੍ਰੋਬੈਬਿਲਿਟੀ ਹੈ ਉਹਦੀ ਜਿਹੜੀ ਵੈਲਿਊ ਹੈ ਹਮੇਸ਼ਾ ਪੋਜ਼ਿਟਿਵ ਹੋਏਗੀ। ਲੈਸ ਦੈਨ 1 ਲੈਸ ਦੈਨ ਔਰ ਇਕੁਅਲ ਟੂ 1, ਇਹਦਾ ਮਤਲਬ ਇਹਦੀ ਜਿਹੜੀ ਪ੍ਰੋਬੈਬਿਲਿਟੀ ਹੈ ਉਹਦੀ ਜਿਹੜੀ ਵੈਲਿਊ ਹੈ, ਜਿਵੇਂ ਇਸ ਤਰੀਕੇ ਨਾਲ ਅਸੀਂ ਕੱਢਦੇ ਹੁੰਦੇ ਹਾਂ ਸਮ m/n, ਮੰਨ ਲਓ ਕੋਈ ਪ੍ਰੋਬੈਬਿਲਿਟੀ ਨਿਕਲੀ, ਤਾਂ ਜੇ ਲੈਸ ਦੈਨ 1 ਹੈ ਇਹਦਾ ਮਤਲਬ ਹੋਏਗਾ ਵੀ m ਹੈ ਜਿਹੜਾ ਉਹ ਹਮੇਸ਼ਾ n ਤੋਂ ਛੋਟਾ ਜਾਂ ਬਰਾਬਰ ਹੋਏਗਾ। ਉੱਪਰਲਾ ਜਿਹੜਾ ਨਿਊਮਰੇਟਰ ਹੈ ਉਹ ਹਮੇਸ਼ਾ ਡਿਨੋਮੀਨੇਟਰ ਤੋਂ ਛੋਟਾ ਜਾਂ ਬਰਾਬਰ ਹੋਣਾ ਚਾਹੀਦਾ, ਉਹ ਤੋਂ ਵੱਡਾ ਨਹੀਂ। ਜਦ ਬਰਾਬਰ ਹੋ ਗਿਆ ਤਾਂ 1 ਹੋ ਜਾਏਗਾ, ਦੋਨੋਂ ਬਰਾਬਰ ਹੋ ਜਾਣਗੇ ਤਾਂ m/m ਬਣ ਜਾਣਗੇ, ਬਰਾਬਰ ਹੋ ਜਾਏਗਾ, 1 ਆ ਜਾਏਗਾ। ਪਰ ਜੇ ਉਹ ਸ਼ਿਓਰ ਇਵੈਂਟ ਨਹੀਂ ਹੈਗੇ ਤਾਂ ਉਹਦੇ ਵਿੱਚ ਕੀ ਹੋਏਗਾ? ਹਮੇਸ਼ਾ ਉਹ ਜਿਹੜੀ ਵੈਲਿਊ 1 ਤੋਂ ਛੋਟੀ ਹੋਏਗੀ। ਤਾਂ ਇਹਦਾ ਮਤਲਬ ਕੀ ਹੋਏਗਾ? m ਹੈ ਜਿਹੜਾ ਉਹ ਹਮੇਸ਼ਾ n ਤੋਂ ਛੋਟਾ ਰਹਿਣਾ ਚਾਹੀਦਾ। ਬਾਹਲੇ ਤੋਂ ਬਾਹਲਾ n ਦੇ ਬਰਾਬਰ ਹੋ ਸਕਦਾ, n ਤੋਂ ਵੱਡਾ ਨਹੀਂ ਹੋ ਸਕਦਾ। ਜਾਨੀ ਪ੍ਰੋਬੈਬਿਲਿਟੀ ਦੀ ਵੈਲਿਊ ਜੇ ਕੋਈ ਕਹੇ ਵੀ 3/4 ਹੈ ਤਾਂ ਜਾਂ 4/3 ਹੈ, ਇਹ ਪੋਸੀਬਲ ਨਹੀਂ ਹੈ। 3/4 ਪੋਸੀਬਲ ਹੈਗੀ ਹੈ, 4/3 ਪੋਸੀਬਲ ਨਹੀਂ ਹੈਗੀ, 3/4 ਪੋਸੀਬਲ ਹੈ। ਤਾਂ ਕਿਸੇ ਵੀ ਐਲੀਮੈਂਟਰੀ ਇਵੈਂਟ ਦੀ ਜਿਹੜੀ ਪ੍ਰੋਬੈਬਿਲਿਟੀ ਹੈ ਪੋਜ਼ਿਟਿਵ ਹੋਏਗੀ ਤੇ ਇਸ ਤਰੀਕੇ ਦੀ ਹੋਏਗੀ ਜਿਹਦੇ ਵਿੱਚ ਆ m ਹੈ ਜਿਹੜਾ n ਤੋਂ ਛੋਟਾ ਹੋਏਗਾ, 1 ਤੋਂ ਛੋਟੀ ਤੇ ਬਰਾਬਰ, 0 ਤੋਂ ਵੱਡੀ ਜਾਂ ਬਰਾਬਰ ਹੋ ਸਕਦੀ। ਦੂਸਰੀ ਗੱਲ, ਇਹ ਜਿੰਨੀਆਂ ਵੀ ਐਲੀਮੈਂਟਰੀ ਇਵੈਂਟਸ ਨੇ ਦੀ ਪ੍ਰੋਬੈਬਿਲਿਟੀਜ਼ ਨੇ p⍵1 p⍵2 ਐਂਡ ਸੋ ਔਨ ਅਪ ਟੂ p⍵n, ਜਿੰਨੀਆਂ ਵੀ ਇਹ ਪ੍ਰੋਬੈਬਿਲਿਟੀਜ਼ ਨੇ ਸਾਰੀਆਂ ਪ੍ਰੋਬੈਬਿਲਿਟੀਜ਼ ਦਾ ਜਿਹੜਾ ਸਮ ਹੈ ਉਹ ਇਕੁਅਲ ਟੂ 1 ਹੋਣਾ ਚਾਹੀਦਾ। ਠੀਕ ਹੈ? ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਜਿਹੜੀ ਹੈਗੀ ਹੈ ਵੈਲਿਡ ਪ੍ਰੋਬੈਬਿਲਿਟੀ ਜਿਹੜੀ ਅਸੀਂ ਕੱਢੀ ਹੈਗੀ। ਠੀਕ ਹੈ? ਇਹ ਤੋਂ ਬਿਨਾਂ ਇੱਕ ਗੱਲ ਹੋਰ ਅਸੀਂ ਡਿਸਕਸ ਕਰਨੀ ਹੈ, ਉਹ ਇਹ ਹੈ ਵੀ ਇਹਦੇ ਕੋਈ ਇਵੈਂਟ ਲੈ ਲਈਏ ਅਸੀਂ ਐਸੇ ਰੈਂਡਮ ਐਕਸਪੈਰੀਮੈਂਟ ਦਾ, ਸਾਡੇ ਕੋਲ ਰੈਂਡਮ ਐਕਸਪੈਰੀਮੈਂਟ ਦਾ ਸੈਂਪਲ ਸਪੇਸ ਹੈ ਤਾਂ ਅਸੀਂ ਇੱਕ ਇਵੈਂਟ ਲੈ ਲਈ A। ਮੰਨ ਲਓ A ਦੇ ਵਿੱਚ ਸਾਡੇ ਕੋਲ ਆ ਐਲੀਮੈਂਟਸ ਨੇ ω_i ω_j ω_k।
3 ਐਲੀਮੈਂਟਸ ਨੇ, ਠੀਕ ਹੈ ਜੀ। ਤਾਂ ਇਹਦੀ ਜਿਹੜੀ ਪ੍ਰੋਬੈਬਿਲਿਟੀ ਹੈ PA ਉਹ ਕਾਹਦੇ ਇਕੁਅਲ ਹੋਏਗੀ, ਉਹ ਸਮ ਇਹਨਾਂ ਤਿੰਨਾਂ ਐਲੀਮੈਂਟਰੀ ਇਵੈਂਟਸ ਦੀ ਪ੍ਰੋਬੈਬਿਲਿਟੀ ਦੇ ਸਮ ਦੇ ਇਕੁਅਲ ਹੋਏਗੀ। P ਓਮੇਗਾ 1 ਓਮੇਗਾ I P ਓਮੇਗਾ J P ਓਮੇਗਾ K ਇਹਨਾਂ ਤਿੰਨਾਂ ਦੇ ਸਮ ਦੇ ਇਕੁਅਲ ਹੋਏਗੀ। ਇਹਨਾਂ ਇਹਦੀਆਂ ਤਿੰਨ ਜਿਹੜੀਆਂ ਆਊਟਕਮ ਪੋਸੀਬਲ ਆਊਟਕਮਸ ਨੇ ਇਹਦੀਆਂ ਉਹਨਾਂ ਦੀਆਂ ਜਿਹੜੀਆਂ ਆ ਤਿੰਨ ਸਾਡੇ ਕੋਲੇ ਬਣ ਗਈਆਂ ਐਲੀਮੈਂਟਰੀ ਇਵੈਂਟਸ, ਇਹਨਾਂ ਤਿੰਨ ਐਲੀਮੈਂਟਰੀ ਇਵੈਂਟਸ ਦੀ ਪ੍ਰੋਬੈਬਿਲਿਟੀ ਦੇ ਸਮ ਦੇ ਇਕੁਅਲ ਹੋਏਗਾ। ਯਾਨੀ ਇਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ P ਓਮੇਗਾ ਸਮੇਸ਼ਨ ਆਫ P ਓਮੇਗਾ I, ਯਾਨੀ ਇਹਦੀਆਂ ਜਿੰਨੀਆਂ ਵੀ ਪੋਸੀਬਲ ਓਮੇਗਾ I ਕੀ ਇਹਦੇ ਚ ਹੁਣ ਓਮੇਗਾ I ਬਿਲੋਂਗਸ ਟੂ A, ਓਮੇਗਾ I ਕਾਹਦਾ ਐਲੀਮੈਂਟ ਹੋਏਗਾ, A ਇਵੈਂਟ ਦਾ ਐਲੀਮੈਂਟ ਹੋਏਗਾ। ਤਾਂ A ਇਵੈਂਟ ਦੇ ਜਿੰਨੇ ਵੀ ਐਲੀਮੈਂਟਸ ਆ ਉਹਨਾਂ ਦੀਆਂ ਐਲੀਮੈਂਟਰੀ ਇਵੈਂਟਸ ਦੀਆਂ ਜਿਹੜੀ ਪ੍ਰੋਬੈਬਿਲਿਟੀਜ਼ ਹੈ ਉਹਨਾਂ ਦੇ ਸਮ ਦੇ ਇਕੁਅਲ ਹੀ ਇਸ ਇਵੈਂਟ ਦੀ ਪ੍ਰੋਬੈਬਿਲਿਟੀ ਹੋਏਗੀ, ਠੀਕ ਹੈ ਨਾ। ਆ ਇਹਦੇ 'ਚ ਤਿੰਨ ਗੱਲਾਂ ਸਾਡੀ ਐਗਜ਼ੋਮੈਟਿਕ ਡੈਫੀਨੇਸ਼ਨ ਆਫ ਪ੍ਰੋਬੈਬਿਲਿਟੀ ਦੇ ਵਿੱਚ ਆਉਂਦੀਆਂ ਹਨ, ਠੀਕ ਹੈ। ਹੁਣ ਅਸੀਂ ਇੱਕ ਐਗਜ਼ਾਮਪਲ ਡਿਸਕਸ ਕਰਦੇ ਹਾਂ, ਕੋਇਨ ਟਾਸ ਕਰਨ ਵਾਲਾ। ਇੱਕ ਕੋਇਨ ਅਸੀਂ ਟਾਸ ਕਰਦੇ ਹਾਂ ਤਾਂ ਉਹਦਾ ਸੈਂਪਲ ਸਪੇਸ ਅਸੀਂ ਬਣਾਈਏ ਤਾਂ ਕੀ ਆ ਸਕਦਾ, ਕੋਇਨ ਟਾਸ ਕਰਨ ਤੋਂ ਹੈਡ ਆਊਗਾ ਜਾਂ ਟੇਲ ਆਏਗਾ। ਤੇ ਹੁਣ ਅਸੀਂ ਜੇ ਹੈਡ ਆਉਣ ਦੀ ਪ੍ਰੋਬੈਬਿਲਿਟੀ ਫਾਈਂਡ ਕਰਨੀ ਹੈ ਤਾਂ ਅਸੀਂ ਪਿਛਲੇ ਸਾਲ ਕੀਤਾ ਸੀਗਾ, ਕੀ ਕੀਤਾ ਸੀਗਾ ਇਹਦਾ ਫਾਰਮੂਲਾ ਪ੍ਰੋਬੈਬਿਲਿਟੀ ਦਾ, ਉਹ ਕੀਤਾ ਸੀ ਅਸੀਂ ਫੇਵਰੇਬਲ ਆਊਟਕਮਸ ਡਿਵਾਈਡਡ ਬਾਈ ਟੋਟਲ ਆਊਟਕਮਸ, ਯਾਨੀ ਅਨੁਕੂਲ ਪਰਿਣਾਮ ਬਟੇ ਕੁੱਲ ਪਰਿਣਾਮ ਪੰਜਾਬੀ ਦੇ ਵਿੱਚ, ਠੀਕ ਹੈ। ਤਾਂ ਅਨੁਕੂਲ ਪਰਿਣਾਮ ਕਿੰਨੇ ਆ ਇਹਦੇ 'ਚ, H ਦੇ ਅਨੁਕੂਲ ਪਰਿਣਾਮ ਇੱਕ ਹੀ ਹੈ। ਟੋਟਲ ਪਰਿਣਾਮ ਟੋਟਲ ਆਊਟਕਮ ਕਿੰਨੇ ਆ 2, ਤਾਂ 1/2 ਇਹਦੀ ਪ੍ਰੋਬੈਬਿਲਿਟੀ ਹੋਏਗੀ। ਆ ਯਾਨੀ ਇਹਦੀ ਜੇ ਪਹਿਲੀ ਇਵੈਂਟ ਅਸੀਂ ਐਲੀਮੈਂਟਰੀ ਇਵੈਂਟ ਲਈਏ ਜੀ ਤਾਂ ਇਹਦੇ 'ਚ ਦੋ ਐਲੀਮੈਂਟਰੀ ਇਵੈਂਟਸ ਆ ਨਾ, ਤਾਂ ਇਹਦੀ ਪਹਿਲੀ ਐਲੀਮੈਂਟਰੀ ਇਵੈਂਟ ਦੀ ਅਸੀਂ ਪ੍ਰੋਬੈਬਿਲਿਟੀ ਫਾਈਂਡ ਕੀਤੀ 1/2 ਆ। ਇਸੇ ਤਰ੍ਹਾਂ ਦੂਸਰੀ ਐਲੀਮੈਂਟਰੀ ਇਵੈਂਟ ਦੀ ਪ੍ਰੋਬੈਬਿਲਿਟੀ ਫਾਈਂਡ ਕਰਾਂਗੇ ਤਾਂ ਉਹ ਵੀ 1/2 ਆਏ। ਹੁਣ ਇਹ ਤੁਸੀਂ ਦੇਖੋ ਦੋਨੋਂ ਹੀ ਆ ਵੀ ਆ ਕੀ ਹੈ, ਹਾਫ 1/2 ਕੀ ਹੁੰਦਾ, ਹਾਫ ਹੁੰਦਾ। ਤਾਂ ਇਹਦਾ ਇਹ ਦੋਨੋਂ ਹੀ ਕੀ ਨੇ 0 ਤੇ 1 ਦੇ ਵਿਚਾਲੇ ਨੇ। ਆ ਵੀ greater than equal to 0 ਯਾਨੀ 1/2 ਹੈ ਜਿਹੜਾ greater than equal to 0 ਹੈ ਤੇ less than equal to 1, ਠੀਕ ਹੈ ਨਾ। ਆ ਵੀ greater than equal to 0 less than equal to 1, ਆ ਵੀ greater than equal less than equal to 1। ਇਹਦਾ ਮਤਲਬ ਪਹਿਲੀ ਕੰਡੀਸ਼ਨ ਸੈਟੀਸਫਾਈ ਹੋ ਰਹੀ ਹੈ ਵੀ ਜਿਹੜੀਆਂ ਦੋ ਇਹਦੀਆਂ ਐਲੀਮੈਂਟਰੀ ਇਵੈਂਟਸ ਸੀਗੀਆਂ ਦੋਨਾਂ ਦੀਆਂ ਪ੍ਰੋਬੈਬਿਲਿਟੀਜ਼ ਨੇ ਜਿਹੜੀਆਂ ਉਹ 0 ਤੇ 1 ਦੇ ਵਿਚਾਲੇ ਹਨ, ਠੀਕ ਹੈ ਕਿ ਨਹੀਂ। ਦੂਸਰੀ ਗੱਲ ਕਹਿੰਦੇ ਆ ਵੀ ਦੋਵਾਂ ਦਾ ਜਿਹੜਾ ਸਮ ਹੈ PH ਤੇ PT ਕਰੀਏ ਜੇ ਅਸੀਂ ਤਾਂ ਉਹ ਕਿੰਨਾ ਹੁੰਦਾ, ਪਹਿਲਾਂ ਦੇਖੋ 1/2 + 1/2 ਕਿੰਨਾ ਹੋ ਜਾਏਗਾ, 1 ਹੋ ਜਾਏਗਾ, ਠੀਕ ਹੈ ਕਿ ਉਹ ਤਾਂ ਇਹਦਾ ਮਤਲਬ ਸਾਡੀ ਜਿਹੜੀ ਦੂਸਰੀ ਹੈ ਕੰਡੀਸ਼ਨ ਉਹ ਵੀ ਸੈਟੀਸਫਾਈ ਹੋ ਰਹੀ ਹੈ। ਤਾਂ ਆ ਜਿਹੜਾ ਅਸੀਂ ਐਸੋਸੀਏਸ਼ਨ ਕੀਤਾ ਹੈ, ਅਸਾਈਨਮੈਂਟ ਕੀਤਾ, ਇਸ ਨੂੰ ਅਸਾਈਨ ਕਹਿੰਦੇ ਆ ਵੀ PH ਦੇ ਨਾਲ ਇੱਕ ਵੈਲਿਊ ਅਸਾਈਨ ਕਰਤੀ 1/2, ਇਸੇ ਤਰ੍ਹਾਂ PT ਦੇ ਨਾਲ ਇੱਕ ਵੈਲਿਊ ਅਸਾਈਨ ਕਰਤੀ 1/2। ਇਹ ਜੇ ਇਹ ਦੋਵੇਂ ਕੰਡੀਸ਼ਨ ਸੈਟੀਸਫਾਈਡ ਹੁੰਦੀਆਂ ਤਾਂ ਅਸੀਂ ਇਹਨੂੰ ਕਹਿੰਦੇ ਆ ਵੈਲਿਡ ਅਸਾਈਨਮੈਂਟ, ਵੈਲਿਡ ਅਸਾਈਨਮੈਂਟ, ਠੀਕ ਹੈ। ਜੇ ਉਹ ਦੋ ਕੰਡੀਸ਼ਨਸ ਸੈਟੀਸਫਾਈ ਨਹੀਂ ਹੁੰਦੀਆਂ ਤਾਂ ਇਹ ਵੈਲਿਡ ਅਸਾਈਨਮੈਂਟਸ ਨਹੀਂ ਹੈਗੇ, ਠੀਕ ਹੈ। ਇਸੇ ਤਰ੍ਹਾਂ ਇਹਨਾਂ ਦੀ ਥਾਂ ਤੇ ਜੇ ਬਾਈ ਚਾਂਸ ਸਾਡੇ ਕੋਲੇ ਆਨਸਰ ਆ ਜਾਂਦਾ 1/4 ਐਂਡ 3/4 ਫਿਰ ਵੀ ਇਹ ਵੈਲਿਡ ਅਸਾਈਨਮੈਂਟ ਸੀਗਾ। ਕਿਉਂ ਸੀਗਾ, ਕਿਉਂਕਿ 1/4 ਵੀ 0 ਤੇ 1 ਦੇ ਵਿਚਾਲੇ ਹੈ, 3/4 ਵੀ 0 ਤੇ 1 ਦੇ ਵਿਚਾਲੇ। ਦੇਖੋ ਪੋਜ਼ਿਟਿਵ ਹੈ ਦੋਨੋਂ, 0 ਤੋਂ ਵੱਡਾ ਇਹਦਾ ਮਤਲਬ, ਤੇ 1 ਇਹਦਾ ਜਿਹੜਾ ਨਿਊਮਰੇਟਰ ਹੈ ਡਿਨੋਮੀਨੇਟਰ ਨੂੰ ਛੋਟਾ ਹੈ, ਇਹਦਾ ਮਤਲਬ ਇਹ 1 ਤੋਂ ਛੋਟੀਆਂ ਸੰਖਿਆਵਾਂ ਨੇ, ਠੀਕ ਹੈ ਨਾ, 1 ਤੋਂ ਲੈਸ ਹੈ। ਤੇ ਕੀ ਹੈ ਵੈਲਿਡ ਅਸਾਈਨਮੈਂਟ, ਇਹ ਵੀ ਇੱਕ ਵੈਲਿਡ ਅਸਾਈਨਮੈਂਟ ਹੋ ਸਕਦਾ ਜੇ ਅਸੀਂ ਇਹਨਾਂ ਦਾ ਜੋੜ ਕਰੇ ਤਾਂ 1 ਕੱਢ ਲਈਏ। ਇੱਕ ਕੰਡੀਸ਼ਨ ਸੈਟੀਸਫਾਈ ਹੋ ਗਈ, ਦੂਸਰੀ ਕੰਡੀਸ਼ਨ ਵੀ ਹੋਣੀ ਚਾਹੀਦੀ ਹੈ, ਤਾਂ ਜੋੜ ਕਰਾਂਗੇ ਤਾਂ ਵੀ 1 ਨਹੀਂ ਆਏਗਾ। ਇਹਦਾ ਮਤਲਬ ਇਹ ਦੋਨੋਂ ਕੰਡੀਸ਼ਨ ਸੈਟੀਸਫਾਈ ਹੋਣਗੀਆਂ, ਪਹਿਲੇ ਵੀ ਦੂਸਰੇ ਵੀ। ਇਹਦਾ ਮਤਲਬ ਇਹ ਕੀ ਹੈ, ਇਹ ਵੀ ਇੱਕ ਵੈਲਿਡ ਅਸਾਈਨਮੈਂਟ ਹੈ, ਠੀਕ ਹੈ ਕਿ ਨਹੀਂ। ਜੇ ਹੁਣ ਕੋਈ ਕਹੇ ਤੁਹਾਨੂੰ 1/3 ਦੂਸਰੀ ਹੈਗੇ ਜੇ ਸਾਡੇ ਜਿਹੜੀ 2/3 ਦੂਸਰੀ ਵੀ ਅਸੀਂ 2/3 ਲੈ ਲਈ ਤਾਂ ਕੀ ਇਹ ਵੈਲਿਡ ਅਸਾਈਨਮੈਂਟ, ਇਹ ਵੈਲਿਡ ਅਸਾਈਨਮੈਂਟ ਦੇਖੋ ਹੈ ਕਿ ਨਹੀਂ। ਪਹਿਲੀ ਗੱਲ ਤਾਂ ਇਹਦੇ ਚ ਪ੍ਰੂਵ ਹੋ ਰਹੀ ਹੈ 0 ਤੇ 1 ਦੇ ਵਿਚਾਲੇ, ਆ ਵੀ 0 ਤੇ 1 ਦੇ ਵਿਚਾਲੇ, ਇਹ ਤਾਂ ਪਹਿਲੀ ਕੰਡੀਸ਼ਨ ਤਾਂ ਸੈਟੀਸਫਾਈ ਹੋ ਗਈ। ਪਰ ਕੀ ਦੂਸਰੀ ਵੀ ਸੈਟੀਸਫਾਈ ਹੋ ਰਹੀ ਹੈ, ਦੇਖੋ ਇਹਨਾਂ ਦੋਹਾਂ ਦਾ ਸਮ ਕਿੰਨਾ ਹੋਣਾ ਚਾਹੀਦਾ ਸੀ, 2/3 ਤੇ 2/3 ਦਾ ਸਮ 1 ਹੋਣਾ ਚਾਹੀਦਾ ਸੀ, ਪਰ ਇਹ 1 ਨਹੀਂ ਆਉਣਾ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਐਡ ਕਰਾਂਗੇ ਤਾਂ ਇਹ ਆਏਗਾ 4/3। ਇਹਦਾ ਮਤਲਬ ਦੂਸਰੀ ਜਿਹੜੀ ਕੰਡੀਸ਼ਨ ਹੈ ਸੈਟੀਸਫਾਈ ਨਹੀਂ ਹੋ ਰਹੀ, ਤਾਂ ਅਸੀਂ ਇਹਨਾਂ ਦੀਆਂ ਆਹ ਵੈਲਿਊਜ਼ ਅਸਾਈਨ ਨਹੀਂ ਕਰ ਸਕਦੇ, ਠੀਕ ਹੈ ਨਾ।
ਤਾਂ ਅਸੀਂ ਉਸ ਤਰ੍ਹਾਂ ਦੀਆਂ ਵੈਲਿਊਜ਼ ਕਿਸੇ ਵੀ ਸੈਂਪਲ ਸਪੇਸ ਦੀਆਂ ਜਿੰਨੀਆਂ ਵੀ ਸਾਡੇ ਕੋਲੇ ਐਲੀਮੈਂਟਰੀ ਇਵੈਂਟਸ ਨੇ, ਸਾਰੀਆਂ ਦੇ ਜਿਹੜੀਆਂ ਪ੍ਰੋਬੈਬਿਲਿਟੀਜ਼ ਨੇ ਉਹ ਆਹ ਦੋ ਕੰਡੀਸ਼ਨਸ ਨੂੰ ਜ਼ਰੂਰ ਸੈਟੀਸਫਾਈ ਕਰਦੀਆਂ ਹੋਣੀਆਂ ਚਾਹੀਦੀਆਂ ਹਨ। ਠੀਕ ਹੈ ਕਿ ਨਹੀਂ? ਤਾਂ ਇਹ ਜੇ ਸੈਟੀਸਫਾਈ ਨਹੀਂ ਹੁੰਦੀਆਂ ਤਾਂ ਅਸੀਂ ਕਹਿ ਦਾਂਗੇ ਵੀ ਇਹ ਜਿਹੜੀ ਅਸਾਈਨਮੈਂਟ ਹੈ ਵੈਲਿਡ ਅਸਾਈਨਮੈਂਟ ਨਹੀਂ ਹੈ। ਠੀਕ ਹੈ ਕਿ? ਸੋ ਇਹਨਾਂ ਗੱਲਾਂ ਦਾ ਅਸੀਂ ਖਿਆਲ ਰੱਖਣਾ। ਹੁਣ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਆਪਾਂ ਦੇਖਦੇ ਹਾਂ। ਤਾਂ ਫਸਟ ਐਗਜ਼ਾਮਪਲ ਹੈ ਐਗਜ਼ਾਮਪਲ 9, ਲੈਟ ਅ ਸੈਂਪਲ ਸਪੇਸ B S equals to ω1 ω2 up to ω6, यानी ω1 ω2 ω3 ω4 ω5 ω6। ठीक है? Which of the following assignments of probability to each outcome are valid? ਇਹਨਾਂ ਚੋਂ ਕਿਹੜੀ ਅਸਾਈਨਮੈਂਟ ਜਿਹੜੀ ਹੈ ਉਹ ਵੈਲਿਡ ਹੈ? ਅਸਾਈਨਮੈਂਟ ਵੈਲਿਡ ਕਿਹੜੀ ਹੋਏਗੀ? ਜਿਹੜੀ ਉਹ ਦੋ ਕੰਡੀਸ਼ਨਸ ਨੂੰ ਸੈਟੀਸਫਾਈ ਕਰੇਗੀ। ਤਾਂ ਇਹਦੇ ਵਿੱਚ ਜਿਵੇਂ A ਹੈ, A ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੀ ਪ੍ਰੋਬੈਬਿਲਿਟੀ ਜਿੰਨੀਆਂ ਵੀ ਆਊਟਕਮਸ ਨੇ ਸਾਰਿਆਂ ਨੂੰ 1/6 ਨਾਲ ਦੀ ਵੈਲਿਊ ਦਿੱਤੀ ਹੈ ਨਾ। ਤਾਂ 1/6 ਕੀ ਹੈ? ਦੇਖੋ ਪਹਿਲੀ ਕੰਡੀਸ਼ਨ ਸੈਟੀਸਫਾਈ ਕਰ ਰਹੀ ਹੈ ਇਹ, ਸਾਰੀਆਂ ਹੀ ਵੈਲਿਊਜ਼ ਪੋਜ਼ਿਟਿਵ ਹੈ। ਪਹਿਲੀ ਗੱਲ ਇਹਦਾ ਮਤਲਬ 0 ਤੋਂ ਵੱਡੀਆਂ ਨੇ। ਦੂਸਰੀ ਗੱਲ ਸਭ ਦਾ ਨਿਊਮਰੇਟਰ ਡਿਨੋਮੀਨੇਟਰ ਤੋਂ ਛੋਟਾ ਹੈ। ਇਹਦਾ ਮਤਲਬ ਇਹ ਕੀ ਹੈ? ਦੋਨੋਂ ਹੀ 1 ਤੋਂ ਛੋਟੀਆਂ ਵੀ ਹੈ, ਸਾਰੀਆਂ ਹੀ 1 ਤੋਂ ਛੋਟੀਆਂ ਹੈਗੀਆਂ। ਅਸੀਂ ਕੀ ਲਿਖਾਂਗੇ? we see that P ω I ਅਸੀਂ ਸਾਰਿਆਂ ਵਾਸਤੇ ਲਿਖਤਾ। ਇਹ ਸਾਰੀਆਂ ਕੀ ਨੇ? 0 ਤੋਂ ਵੱਡੀਆਂ ਨੇ ਤੇ ਬਰਾਬਰ ਨੇ, ਜਾਂ 1 ਤੋਂ ਛੋਟੀਆਂ ਤੇ ਬਰਾਬਰ ਨੇ। ਇਹਦਾ ਮਤਲਬ ਪਹਿਲੀ ਕੰਡੀਸ਼ਨ ਸੈਟੀਸਫਾਈ ਹੋ ਗਈ। ਦੂਸਰੀ ਕੰਡੀਸ਼ਨ ਚੈੱਕ ਕਰਨ ਵਾਸਤੇ ਕੀ ਕਰਾਂਗੇ? ਸਮੇਸ਼ਨ ਕਰਕੇ ਦੇਖਾਂਗੇ। ਸਮੇਸ਼ਨ P ω I ਕਰਕੇ ਦੇਖਾਂਗੇ, ਸਾਰਿਆਂ ਦਾ ਸਮ ਕਰਕੇ ਦੇਖਾਂਗੇ। ਯਾਨੀ 1/6 + 1/6 + 1/6 + 1/6 + 1/6 + 1/6। ਐਚ ਕੀ ਹੋਏਗਾ? ਹੁਣ ਐਲਸੀਐਮ 6 ਆ ਜਾਏਗਾ। ਉੱਪਰ 1 + 1 + 1 + 1 + 1 + 1 ਇਹ ਹੋ ਜਾਏਗਾ 6/6 ਕੈਂਸਲ ਹੋ ਕੇ 1। ਤਾਂ ਬਹੁਤ ਕੰਡੀਸ਼ਨ ਸੈਟੀਸਫਾਈ ਹੋ ਗਈਆਂ। ਇਹਦਾ ਮਤਲਬ ਕੀ ਹੋ ਗਿਆ? ਇਹ ਵੈਲਿਡ ਅਸਾਈਨਮੈਂਟ, ਵੈਲਿਡ ਅਸਾਈਨਮੈਂਟ ਹੈ। ਠੀਕ ਹੈ ਨਾ? ਫਿਰ ਇਸੇ ਤਰ੍ਹਾਂ ਦੂਸਰੇ 'ਚ ਦੇਖੋ, ਦੂਸਰੇ ਦੇ ਵਿੱਚ ਸਭ ਦੀਆਂ ਵੈਲਿਊਜ਼ ਜਾਂ ਤਾਂ 0 ਨੇ ਜਾਂ 1 ਹੈ। ਇੱਕ ਵੈਲਿਊ 1 ਹੈ, ਇਹਦਾ ਮਤਲਬ 0 ਤੋਂ ਵੱਡੀਆਂ ਦੇ ਬਰਾਬਰ, 1 ਤੋਂ ਛੋਟੀਆਂ ਬਰਾਬਰ। ਪਹਿਲੀ ਕੰਡੀਸ਼ਨ ਸੈਟੀਸਫਾਈ ਹੋ ਗਈ। ਆਹੀ ਚੀਜ਼ ਐਵੇਂ ਜਿਵੇਂ ਲਿਖਦੇ ਵੀ ਸੀ ਦੈਟ ਕਰਕੇ। ਦੂਸਰੀ ਗੱਲ ਸਾਰਿਆਂ ਦਾ ਸਮ ਕਰਕੇ ਦੇਖੋ, 1 + 0 + 0 + 0 + 0 + 0 ਕਾਹਦੇ ਇਕੁਅਲ ਹੋ ਜਾਏਗਾ? 1 ਦੇ ਇਕੁਅਲ। ਠੀਕ ਹੈ ਕਿ? ਤਾਂ ਦੂਸਰੀ ਕੰਡੀਸ਼ਨ ਵੀ ਸੈਟੀਸਫਾਈ। ਇਹਦਾ ਮਤਲਬ ਆ ਵੀ ਕੀ ਹੈ? ਵੈਲਿਡ ਅਸਾਈਨਮੈਂਟ ਹੈ। ਤੀਸਰੀ ਜਿਹੜੀ ਵੈਲਿਡ ਅਸਾਈਨਮੈਂਟ ਹੈ, ਦੇਖੋ ਪਹਿਲਾਂ ਨਹੀਂ ਹੈ, ਕਿਉਂਕਿ ਆਹ ਦੋ ਇਹਦੇ 'ਚ ਪ੍ਰੋਬੈਬਿਲਿਟੀਆਂ ਜਿਹੜੀਆਂ ਨੈਗੇਟਿਵ। ਠੀਕ ਹੈ ਕਿ? ਤਾਂ ਇਹ ਲੈਸ ਦੈਨ 0 ਹੋ ਗਈਆਂ। ਠੀਕ ਹੈ ਕਿ? ਇਹਦਾ ਮਤਲਬ ਇਹ ਜਿਹੜੀ ਅਸਾਈਨਮੈਂਟ ਆ ਥਰਡ। ਬਾਕੀ ਦੂਸਰੀ ਫਿਰ ਸਾਨੂੰ ਕੰਡੀਸ਼ਨ ਚੈੱਕ ਕਰਨ ਦੀ ਲੋੜ ਨਹੀਂ, ਜਦੋਂ ਪਹਿਲੀ ਵੀ ਨਹੀਂ ਸੈਟੀਸਫਾਈ ਹੋਈ ਹੈ ਨਾ। ਪਹਿਲੀ ਕੰਡੀਸ਼ਨ ਸੀ ਕਿ ਵੀ 0 ਤੋਂ ਵੱਡੀ ਜਾਂ ਬਰਾਬਰ ਤੇ 1 ਤੋਂ ਛੋਟੀ ਜਾਂ ਬਰਾਬਰ ਹੋਣੀ। ਹੁਣ ਆਹ ਜਿਹੜੀ ਚੀਜ਼ ਹੈ ਦੋਨੋਂ ਹੀ ਨੈਗੇਟਿਵ ਆ ਗਈਆਂ। ਇਹਦਾ ਮਤਲਬ ਦੋਨੋਂ 0 ਤੋਂ ਛੋਟੀਆਂ ਹੋ ਗਈਆਂ, ਤੇ ਇਹ ਮਤਲਬ ਇਹ ਚੀਜ਼ ਹੈ ਸੈਟੀਸਫਾਈ ਨਹੀਂ ਹੁੰਦੀ। ਇੱਥੇ ਲਿਖਿਆ ਹੀ ਹੋਏਗਾ condition 1 2 of the probabilities P ω5 ਤੇ ω6 are negative, therefore the assignment is not valid। ठीक है? नेक्स्ट देखो, आ 0 ਤੇ 1 ਦੇ ਵਿਚਾਲੇ, ਆ 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 0 ਤੇ 1 ਦੇ ਵਿਚਾਲੇ। ਪਰ ਆ ਹੈ ਨਹੀਂ, ਇਹਦੇ ਵਿੱਚ ਦੇਖੋ ਨਿਊਮਰੇਟਰ ਵੱਡਾ ਹੈ, ਡਿਨੋਮੀਨੇਟਰ ਛੋਟਾ ਹੈ। ਇਹਦਾ ਮਤਲਬ ਆ ਵਾਲੀ ਜਿਹੜੀ ਵੈਲਿਊ ਹੈ 1 ਤੋਂ ਵੱਡੀ ਹੈ। 1 ਤੋਂ ਵੱਡੀ ਹੋਣ ਕਰਕੇ ਇਹ ਵੀ ਵੈਲਿਡ ਅਸਾਈਨਮੈਂਟ ਨਹੀਂ ਹੈਗੀ। ਅੱਗੇ ਆ ਗਿਆ 0.1 0. ਸਭ 0. ਸਮਥਿੰਗ ਹੈ, ਮਤਲਬ ਸਭ 1 ਤੋਂ ਛੋਟੀਆਂ ਨੇ। ਪਰ ਐਡ ਕਰਾਂਗੇ ਤਾਂ ਕੀ ਹੋਏਗਾ? ਦੇਖੋ ਇਹਨਾਂ ਨੂੰ ਐਡ ਕਰੇ ਤੋਂ ਇਹਦੀ ਵੈਲਿਊ ਆ ਜਾਂਦੀ 2.1, ਜਦ ਕਿ ਆਉਣਾ ਕੀ ਚਾਹੀਦਾ ਸੀਗਾ? 1 ਹੋਣਾ ਚਾਹੀਦਾ। ਤਾਂ ਐਡ ਕਰੇ ਤੋਂ ਕਿਉਂਕਿ 2.1 ਆ ਗਿਆ, ਇਸ ਕਰਕੇ ਇਹ ਵੀ ਵੈਲਿਡ ਅਸਾਈਨਮੈਂਟ ਨਹੀਂ ਹੈ। ਸੋ ਇਸ ਤਰੀਕੇ ਨਾਲ ਇਹ ਸਾਡਾ ਜਿਹੜਾ ਕੁਐਸਚਨ ਹੈ ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਦੇ ਵਿੱਚ ਵੀ ਕੁਐਸਚਨ ਹੈ। ਤਾਂ ਇਹ ਕੁਐਸਚਨ ਅਸੀਂ ਇਸ ਤਰੀਕੇ ਨਾਲ ਚੈੱਕ ਕਰਨਾ, ਸਿਰਫ ਵੀ ਪ੍ਰੋਬੈਬਿਲਿਟੀਜ਼ ਦੀ ਜਿਹੜੀ ਵੈਲਿਊ ਅਸਾਈਨ ਕੀਤੀ ਗਈ ਹੈ ਕਿ ਉਹ ਵੈਲਿਡ ਹੈ ਜਾਂ ਨਹੀਂ ਹੈ। ਠੀਕ ਹੈ। ਨੈਕਸਟ ਆਪਣੇ ਕੋਲੇ ਪ੍ਰੋਬੈਬਿਲਿਟੀ ਆਫ ਐਨ ਇਵੈਂਟ। ਪਿਛਲੇ ਸਾਲ ਆਪਾਂ ਇਵੈਂਟ ਦੀ ਪ੍ਰੋਬੈਬਿਲਿਟੀ ਫਾਈਂਡ ਕਰਨ ਦਾ ਇੱਕ ਫਾਰਮੂਲਾ ਕੀਤਾ ਸੀਗਾ, ਉਹ ਸੀਗਾ PE = ਫੇਵਰੇਬਲ ਆਊਟਕਮਸ ਡਿਵਾਈਡਡ ਬਾਈ ਟੋਟਲ ਆਊਟਕਮਸ, ਅਨੁਕੂਲ ਪਰਿਣਾਮ ਬਟੇ ਕੁੱਲ ਪਰਿਣਾਮ। ਹੁਣ ਇਸੇ ਚੀਜ਼ ਨੂੰ ਅਸੀਂ ਸੈਟਸ ਦੀ ਫਾਰਮ 'ਚ ਜਾਂ ਇਵੈਂਟਸ ਦੀ ਫਾਰਮ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਇੱਕ ਰੈਂਡਮ ਐਕਸਪੈਰੀਮੈਂਟ ਲੈ ਲੈਂਦੇ ਡਾਈ ਵਾਲਾ।
ਉਹਦਾ ਸੈਂਪਲ ਸਪੇਸ ਕੀ ਸੀਗਾ, ਡਾਈ ਦਾ ਐਕਸਪੈਰੀਮੈਂਟ ਦਾ ਸੈਂਪਲ ਸਪੇਸ 1 2 3 4 5 6। ਜਦੋਂ ਅਸੀਂ ਡਾਈ ਥਰੋ ਕਰਦੇ ਹਾਂ ਤਾਂ ਕਿਹੜੇ ਕਿਹੜੇ ਆਊਟਕਮ ਆ ਸਕਦੇ ਆ, 1 2 3 4 5 6 ਆ ਸਕਦੇ, ਇਹ ਸਾਡਾ ਸੈਂਪਲ ਸਪੇਸ ਹੈ ਤਾਂ ਠੀਕ ਹੈ ਨਾ। ਇੱਕ ਅਸੀਂ ਇਵੈਂਟ ਲੈ ਲਈਏ E ਨੰਬਰ ਅਪੀਅਰਡ is greater than 4। एक ऐसे इवेंट ले लीजिए जिसकी प्रोबेबिलिटी फाइंड करनी है, नंबर अपीयर्ड ऑन डाई इज ग्रेटर दैन 4। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਆ ਜਾਣਗੇ, ਇਹਦੇ ਵਿੱਚ 4 ਤੋਂ ਗ੍ਰੇਟਰ ਵਾਲੇ ਨੰਬਰ ਆ ਜਾਣਗੇ, ਯਾਨੀ 5 ਐਂਡ 6 ਆ ਜਾਣਗੇ। ਠੀਕ ਹੈ, ਹੁਣ ਡਾਈ ਵਾਲੇ ਇਹਦੇ ਵਿੱਚ ਟੋਟਲ ਆਊਟਕਮਸ ਕਿੰਨੇ ਹੁੰਦੇ ਨੇ, 6 ਆਊਟਕਮਸ ਹੈ ਜਿਹੜੇ ਕਿ ਅਸਲ 'ਚ ਕੀ ਆ, ਉਹ ਨੰਬਰ ਆਫ ਐਲੀਮੈਂਟਸ ਇਨ ਸੈਂਪਲ ਸਪੇਸ ਹੈ। ਤਾਂ ਜਿਹੜੇ ਸਾਡੇ ਟੋਟਲ ਆਊਟਕਮ ਸੀਗੇ ਉਹ ਹੁਣ ਕੀ ਬਣ ਗਏ, ਨੰਬਰ ਆਫ ਐਲੀਮੈਂਟਸ ਇਨ ਸੈਂਪਲ ਸਪੇਸ। ਕਾਹਦੇ ਇਕੁਅਲ ਹੈ ਇਹ, 6 ਦੇ ਇਕੁਅਲ। ਤੇ ਜਿਹੜੇ ਫੇਵਰੇਬਲ ਆਊਟਕਮਸ ਨੇ ਕਿਸੇ ਇਵੈਂਟ ਦੇ ਉਹ ਕੀ ਨੇ, ਜਿਹੜੇ ਇਵੈਂਟ ਦੇ ਐਲੀਮੈਂਟ ਨੇ। ਹੁਣ 4 ਤੋਂ ਵੱਡਾ ਆਉਣ ਦੇ ਫੇਵਰੇਬਲ ਇਵੈਂਟ ਕਿਹੜੇ ਕਿਹੜੇ, ਫੇਵਰੇਬਲ ਆਊਟਕਮ ਕਿਹੜੇ ਕਿਹੜੇ ਆ, 5 ਐਂਡ 6। ਉਹੀ ਇੱਥੇ ਇਵੈਂਟ ਦੇ ਐਲੀਮੈਂਟਸ ਨੇ। ਤਾਂ ਫੇਵਰੇਬਲ ਆਊਟਕਮਸ ਅਸਲ 'ਚ ਕੀ ਬਣ ਗਿਆ, ਨੰਬਰ ਆਫ ਐਲੀਮੈਂਟਸ ਇਨ ਇਵੈਂਟ ਇਨ ਦਾ ਇਵੈਂਟ। ਠੀਕ ਹੈ ਕਿ ਇਹ ਕਾਹਦੇ ਇਕੁਅਲ ਹੈ, 2 ਦੇ। ਤਾਂ ਹੁਣ ਅਸੀਂ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ ਜਿਹੜੀ PE, ਉਹ ਪਹਿਲਾਂ ਜਿਹੜਾ ਫਾਰਮੂਲਾ ਸੀ ਫੇਵਰੇਬਲ ਆਊਟਕਮ ਡਿਵਾਈਡਡ ਬਾਈ ਟੋਟਲ ਆਊਟਕਮ, ਹੁਣ ਉਹ ਕਾਹਦੇ 'ਚ ਕਨਵਰਟ ਹੋ ਗਿਆ, NE upon NS, यानी नंबर ऑफ एलिमेंट्स इन दैट इवेंट डिवाइडेड बाय नंबर ऑफ एलिमेंट्स इन सैंपल स्पेस। यानी ये ਹੁਣ ਆਨਸਰ ਆ ਜਾਏਗਾ 2/6। ਜਦੋਂ ਆਪਾਂ ਇਹਨੂੰ ਕੈਂਸਲਿੰਗ ਕਰਾਂਗੇ ਤਾਂ 1/3 ਇਹਦਾ ਆਨਸਰ ਆਏਗਾ। ਸੋ ਇਸ ਤਰੀਕੇ ਨਾਲ ਜਿਹੜਾ ਸਾਡਾ ਫਾਰਮੂਲਾ ਫੇਵਰੇਬਲ ਆਊਟਕਮ ਡਿਵਾਈਡਡ ਬਾਈ ਟੋਟਲ ਆਊਟਕਮ ਸੀਗਾ, ਉਹਨੂੰ ਅਸੀਂ ਇਵੈਂਟ ਦੀ ਫਾਰਮ 'ਚ ਜਾਂ ਸੈਟਸ ਦੀ ਫਾਰਮ 'ਚ ਜਦੋਂ ਅਸੀਂ ਲਿਖਦੇ ਹਾਂ ਤਾਂ ਉਹ ਇਸ ਤਰੀਕੇ ਨਾਲ ਕਨਵਰਟ ਸਾਡੇ ਕੋਲੇ ਹੋ ਕੇ ਆ ਜਾਂਦਾ ਹੈ NE upon NS। ਠੀਕ ਹੈ, ਹੁਣ ਐਸੇ ਫਾਰਮੂਲੇ ਅਸੀਂ ਯੂਜ਼ ਕਰਿਆ ਕਰਾਂਗੇ। ਨੈਕਸਟ ਆਪਣੇ ਕੋਲੇ ਪ੍ਰੋਬੇਬਿਲਿਟੀ ਆਫ ਇਵੈਂਟ A ਔਰ B। ਸਾਨੂੰ ਕਿਸੇ ਰੈਂਡਮ ਐਕਸਪੈਰੀਮੈਂਟ ਦੀਆਂ 2 ਇਵੈਂਟਸ ਦਿੱਤੀਆਂ ਹੋਈਆਂ ਨੇ A ਤੇ B, ਤੇ ਸਾਨੂੰ ਕੋਈ ਪੁੱਛੇ ਫਾਈਂਡ ਦਾ ਪ੍ਰੋਬੇਬਿਲਿਟੀ ਆਫ A ਔਰ B, A ਔਰ B, ਇਹਦੀ ਅਸੀਂ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ। ਤਾਂ ਇਹ ਕਾਹਦੇ ਇਕੁਅਲ ਹੋਏਗੀ, ਪ੍ਰੋਬੇਬਿਲਿਟੀ ਆਫ A ਯੂਨੀਅਨ B। ਆਪਾਂ ਉੱਥੇ ਵੀ ਡਿਸਕਸ ਕੀਤਾ ਸੀ ਸੈਟਸ ਦੇ ਵਿੱਚ A ਯੂਨੀਅਨ B ਔਰ A ਔਰ B ਇੱਕੋ ਹੀ ਚੀਜ਼ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ। ਉਸੇ ਤਰ੍ਹਾਂ ਇੱਕ ਰੈਂਡਮ ਐਕਸਪੈਰੀਮੈਂਟ ਅਸੀਂ ਲੈ ਲਈਏ ਡਾਈ ਵਾਲਾ, ਉਹਦਾ ਸੈਂਪਲ ਸਪੇਸ ਕੀ ਹੁੰਦਾ ਹੈ, 1 2 3 4 5 6। ਠੀਕ ਹੈ, 2 ਇਵੈਂਟਸ ਆਪਾਂ ਇੱਥੇ ਲੈ ਲੈਂਦੇ ਹਾਂ। ਇਹ ਇਵੈਂਟ ਲੈ ਲਈ ਨੰਬਰ ਅਪੀਅਰਡ is less than 5। B event ले ली number appeared is greater than 3। ਤਾਂ A ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆਉਣਗੇ, ਲੈਸ ਦੈਨ 5 ਵਾਲੇ ਕਿਹੜੇ ਕਿਹੜੇ ਹੁੰਦੇ ਆ, 5 ਤੋਂ ਛੋਟੇ 1 2 3 4 5 1 2 3 4 ਤੱਕ ਆ ਜਾਣਗੇ। ਤੇ B ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆਉਣਗੇ, ਨੰਬਰ ਗ੍ਰੇਟਰ ਦੈਨ 3 ਤੋਂ ਵੱਡੇ, ਯਾਨੀ 4 5 6 ਆ ਜਾਣਗੇ ਇਹਦੇ ਵਿੱਚ, 4 5 6। ਹੁਣ ਜੇ ਅਸੀਂ A ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ ਤਾਂ ਇਹਦੇ ਨੰਬਰ ਆਫ ਐਲੀਮੈਂਟਸ ਦੇਖਦੇ ਹਾਂ। B ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੁੰਦੀ ਹੈ ਤਾਂ ਅਸੀਂ B ਦੇ ਨੰਬਰ ਆਫ ਐਲੀਮੈਂਟਸ ਦੇਖਾਂਗੇ। ਹੁਣ ਅਸੀਂ ਕਿਉਂਕਿ A ਯੂਨੀਅਨ B ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਆ ਤਾਂ ਅਸੀਂ A ਯੂਨੀਅਨ B ਪਹਿਲਾਂ ਫਾਈਂਡ ਕਰਾਂਗੇ, ਫਿਰ ਚੈੱਕ ਕਰਾਂਗੇ ਉਹ 'ਚ ਕਿੰਨੇ ਨੰਬਰ ਆਫ ਐਲੀਮੈਂਟਸ। A ਯੂਨੀਅਨ B ਕੀ ਆ ਜਾਏਗਾ, 1 2 3 4 5 6 ਸਾਰੀ ਆ ਜਾਣਗੇ ਇਹਦੇ 'ਚ। ਤੇ ਇਹ 'ਚ ਨੰਬਰ ਆਫ ਐਲੀਮੈਂਟਸ ਕਿੰਨੇ ਹੋਏ ਫਿਰ, ਇਕੁਅਲਸ ਟੂ 6। ਤੇ ਨੰਬਰ ਆਫ ਐਲੀਮੈਂਟਸ ਇਨ S ਕਿੰਨੇ ਆ, ਉਹ ਵੀ 6। ਇਹਦੀ ਪ੍ਰੋਬੇਬਿਲਿਟੀ ਕਿੰਨੀ ਹੋਏਗੀ ਫਿਰ, ਹੁਣ A ਯੂਨੀਅਨ B ਦੀ ਪ੍ਰੋਬੇਬਿਲਿਟੀ number of elements in A union B divided by number of elements in S। ਅਸੀਂ ਕੀਤਾ ਸੀ ਨਾ ਫਾਰਮੂਲਾ PE equals to NP upon NE upon NS। ਠੀਕ ਹੈ ਨਾ, ਹੁਣ ਇੱਥੇ E ਦੀ ਥਾਂ ਤੇ ਸਾਡੇ ਕੋਲ A union B ਹੈ ਤਾਂ NA union B upon NS ਹੋ ਜਾਏਗਾ।
ਤਾਂ A ਯੂਨੀਅਨ B ਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟ 6 upon 6 ਕੱਟ ਕੇ ਕੀ ਆ ਜਾਏਗਾ 1। ਸੋ ਇਹ ਕੀ ਹੋ ਜਾਏਗਾ A ਔਰ B ਦੀ ਪ੍ਰੋਬੈਬਿਲਿਟੀ ਹੋ ਜਾਏਗੀ। ਤੁਹਾਨੂੰ ਦੋ ਇਵੈਂਟਸ ਦਿੱਤੀਆਂ ਹੋਈਆਂ ਸੀ A ਤੇ B, ਤਾਂ ਪ੍ਰੋਬੈਬਿਲਿਟੀ ਆਫ A ਔਰ B ਇਕੁਅਲਸ ਟੂ ਹੋ ਜਾਏਗੀ 1। ਠੀਕ ਹੈ ਨਾ। ਇਸੇ ਤਰ੍ਹਾਂ A ਐਂਡ B, A ਐਂਡ B, A ਐਂਡ B ਕੀ ਹੁੰਦਾ ਪ੍ਰੋਬੈਬਿਲਿਟੀ ਆਫ A ਇੰਟਰਸੈਕਸ਼ਨ। ਤਾਂ ਹੁਣ ਇਹ 'ਚ ਕੀ ਕਰਾਂਗੇ ਅਸੀਂ, ਸਾਰਾ ਕੰਮ ਇਸੇ ਤਰ੍ਹਾਂ ਹੀ ਹੋਏਗਾ। A ਇੰਟਰਸੈਕਸ਼ਨ B ਫਾਈਂਡ ਕਰਾਂਗੇ। A ਇੰਟਰਸੈਕਸ਼ਨ B ਕਾਹਦੇ ਇਕੁਅਲ ਆਏਗਾ 4, ਇਹਨਾਂ ਦਾ ਕਾਮਨ ਐਲੀਮੈਂਟ ਹੈ ਤਾਂ 4 ਆ ਜਾਏਗਾ। ਤਾਂ ਨੰਬਰ ਆਫ ਐਲੀਮੈਂਟਸ ਇਨ A ਇੰਟਰਸੈਕਸ਼ਨ B ਕਾਹਦੇ ਇਕੁਅਲ ਹੋਏਗਾ 1 ਦੇ, ਇੱਕੋ ਹੀ ਐਲੀਮੈਂਟ ਹੈ ਨਾ ਇਹਦੇ 'ਚ, ਤਾਂ ਇਹਦੀ ਪ੍ਰੋਬੈਬਿਲਿਟੀ ਕੀ ਹੋ ਜਾਏਗੀ ਫਿਰ 1/6 ਨੰਬਰ ਆਫ ਐਲੀਮੈਂਟਸ ਇਨ A ਇੰਟਰਸੈਕਸ਼ਨ B upon ਨੰਬਰ ਆਫ ਐਲੀਮੈਂਟਸ ਇਨ S। ਆਹ ਵਾਲਾ ਫਾਰਮੂਲਾ ਲੱਗੇਗਾ ਤਾਂ 1/6 ਇਹਦਾ ਆਨਸਰ ਆ ਜਾਏਗਾ। ਇਹਨੂੰ ਅਸੀਂ ਕਹਿੰਦੇ ਪ੍ਰੋਬੈਬਿਲਿਟੀ ਆਫ A ਐਂਡ B। ਯਾਨੀ ਜਿੱਥੇ ਤੁਹਾਨੂੰ ਦੋ ਇਵੈਂਟਸ ਦਾ ਐਂਡ ਦਾ ਪ੍ਰੋਬੈਬਿਲਿਟੀ ਪੁੱਛੇ ਤਾਂ ਅਸੀਂ ਇੰਟਰਸੈਕਸ਼ਨ ਫਾਈਂਡ ਕਰਾਂਗੇ। ਦੋ ਇਵੈਂਟਸ ਤੇ ਔਰ ਦੀ ਪ੍ਰੋਬੈਬਿਲਿਟੀ ਪੁੱਛੇ ਤਾਂ ਅਸੀਂ ਉਹਨਾਂ ਦਾ ਯੂਨੀਅਨ ਫਾਈਂਡ ਕਰਕੇ ਉਹਦੀ ਪ੍ਰੋਬੈਬਿਲਿਟੀ ਫਾਈਂਡ ਕਰਾਂਗੇ। ਠੀਕ ਹੈ ਕਿ ਤਾਂ ਕਲੀਅਰ ਹੈ ਮੇਰੇ ਹਿਸਾਬ ਨਾਲ ਤੁਹਾਨੂੰ ਗੱਲ। ਇਹਨਾਂ ਨਾਲ ਰਿਲੇਟਡ ਹੀ ਸਾਡੇ ਕੋਲ ਇੱਕ ਹੋਰ ਫਾਰਮੂਲਾ ਹੈ, ਉਹ ਹੈਗਾ ਬਹੁਤ ਇੰਪੋਰਟੈਂਟ ਫਾਰਮੂਲਾ ਹੈ ਉਹ, P A ਯੂਨੀਅਨ B equals to PA plus PB minus PA ਇੰਟਰਸੈਕਸ਼ਨ। ਯਾਨੀ ਕਿਸੇ ਰੈਂਡਮ ਐਕਸਪੈਰੀਮੈਂਟ ਦੀਆਂ ਦੋ ਇਵੈਂਟਸ A ਤੇ B ਨਾਲ ਰਿਲੇਟਡ ਇਹ ਫਾਰਮੂਲਾ ਹੈ। A ਯੂਨੀਅਨ B ਦੀ ਪ੍ਰੋਬੈਬਿਲਿਟੀ, A ਦੀ ਪ੍ਰੋਬੈਬਿਲਿਟੀ ਪਲੱਸ B ਦੀ ਪ੍ਰੋਬੈਬਿਲਿਟੀ ਮਾਈਨਸ A ਇੰਟਰਸੈਕਸ਼ਨ B ਦੀ ਪ੍ਰੋਬੈਬਿਲਿਟੀ ਦੇ ਇਕੁਅਲ ਹੁੰਦਾ ਹੈ। ਇਹ ਬਹੁਤ ਹੀ ਇੰਪੋਰਟੈਂਟ ਫਾਰਮੂਲਾ ਹੈ। ਇਸ ਵਾਰ ਵੀ ਅਸੀਂ ਇਹਨੂੰ ਯੂਜ਼ ਕਰਾਂਗੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹਦੀ ਅਸੀਂ ਵਰਤੋਂ ਵਾਰੀ-ਵਾਰੀ ਕਰਾਂਗੇ। ਸੋ ਇਹਨੂੰ ਵੈਰੀ ਇੰਪੋਰਟੈਂਟ ਸਮਝ ਕੇ ਤੁਸੀਂ ਚੰਗੀ ਤਰੀਕੇ ਨਾਲ ਇਹਨੂੰ ਯਾਦ ਕਰਨਾ ਹੈ। ਠੀਕ ਹੈ। ਨੈਕਸਟ ਆ ਸਾਡੇ ਕੋਲੇ ਪ੍ਰੋਬੈਬਿਲਿਟੀ ਆਫ ਇਵੈਂਟ ਨਾਟ A। ਇਹ ਅਸੀਂ 10th ਦੇ ਵਿੱਚ ਫਾਰਮੂਲਾ ਡਿਸਕਸ ਕੀਤਾ ਸੀ ਇਹਦੇ ਨਾਲ ਰਿਲੇਟਡ। P not A ਯਾਨੀ ਪ੍ਰੋਬੈਬਿਲਿਟੀ ਆਫ not A equals to 1 minus PA। ਇਹਦਾ ਦਾ ਭਾਵ ਕਿਸੇ ਇਵੈਂਟ ਦੇ ਨਾ ਹੋਣ ਦੀ ਪ੍ਰੋਬੈਬਿਲਿਟੀ 1 ਮਾਈਨਸ ਉਸ ਇਵੈਂਟ ਦੇ ਹੋਣ ਦੀ ਪ੍ਰੋਬੈਬਿਲਿਟੀ ਦੇ ਇਕੁਅਲ ਹੁੰਦੀ ਹੈ। ਤਾਂ ਆਪਾਂ ਇਹਦੇ ਨਾਲ ਰਿਲੇਟਡ ਇੱਕ ਐਗਜ਼ਾਮਪਲ ਲੈਂਦੇ ਹਾਂ ਤਾਂ ਫਿਰ ਸਾਨੂੰ ਗੱਲ ਸਮਝ ਲੱਗੇਗੀ। ਆਪਾਂ ਰੈਂਡਮ ਐਕਸਪੈਰੀਮੈਂਟ ਲੈ ਲੈਂਦੇ ਹਾਂ ਡਾਈ ਵਾਲਾ। ਉਹਦਾ ਸੈਂਪਲ ਸਪੇਸ ਤੁਹਾਨੂੰ ਪਤਾ ਕੀ ਹੁੰਦਾ 1 2 3 4 5 6। ਇੱਕ ਅਸੀਂ ਇਵੈਂਟ ਡਿਸਕ੍ਰਾਈਬ ਕਰਦੇ ਹਾਂ A, number appeared on die is greater than 4। ਤਾਂ A ਇਵੈਂਟ ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆ ਜਾਣਗੇ 4 ਤੋਂ ਵੱਡੇ ਕਿਹੜੇ ਕਿਹੜੇ 5 and 6 ਉਹ ਆ ਜਾਣਗੇ ਸਾਡੇ ਕੋਲ। ਤੇ ਇਹਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਹੋ ਗਏ ਫਿਰ 2 ਤੇ ਨੰਬਰ ਆਫ ਐਲੀਮੈਂਟਸ ਇਨ S ਕਿੰਨੇ ਆ 6 ਉਹ ਤੁਹਾਨੂੰ ਪਤਾ ਹੀ ਹੈ। ਤਾਂ ਇਹਦੀ ਪ੍ਰੋਬੈਬਿਲਿਟੀ ਕੀ ਹੋ ਜਾਏਗੀ PA ਇਕੁਅਲਸ ਟੂ ਹੁੰਦਾ NA ਡਿਵਾਈਡਡ ਬਾਏ NS। ਯਾਨੀ ਇੱਥੇ ਆ ਜਾਏਗਾ 2/6 ਕੈਂਸਲ ਹੋ ਕੇ ਆ ਜਾਏਗਾ 1/3 ਕੈਂਸਲ ਹੋ ਜਾਏਗਾ 1/3। ਤੇ ਪ੍ਰੋਬੈਬਿਲਿਟੀ ਆਫ ਨਾਟ A ਕੀ ਹੋਏਗੀ ਹੁਣ P not A ਇਕੁਅਲਸ ਟੂ ਹੋਏਗੀ 1 ਮਾਈਨਸ PA। ਠੀਕ ਹੈ ਨਾ। ਤੇ ਇਹਦੀ ਵੈਲਿਊ ਪੁੱਟ ਕਰ ਦਈਏ 1 ਮਾਈਨਸ 1/3 3 LCM ਆ ਜਾਏਗਾ 3 ਮਾਈਨਸ 1 ਦੈਟ ਇਜ਼ 2/3 ਆ ਜਾਏਗਾ। ਹੁਣ ਐਸੇ ਚੀਜ਼ ਨੂੰ ਅਸੀਂ ਦੂਸਰੇ ਤਰੀਕੇ ਨਾਲ ਹੋਰ ਸਮਝਦੇ ਹਾਂ ਵੀ ਸਾਡੀ A ਇਵੈਂਟ ਹੈਗੀ ਹੈ 5 6। ਠੀਕ ਹੈ। ਹੁਣ ਜੇ ਅਸੀਂ ਇਹ ਸੈੱਟ ਆ ਸਾਡਾ ਇੱਕ ਹੈ ਨਾ ਸੈੱਟ ਸੀ ਫਾਰਮ ਦੇ ਵਿੱਚ ਸਾਡੇ ਕੋਲ ਇਵੈਂਟ, ਤਾਂ ਇਹਦਾ ਅਸੀਂ ਜੇ ਕੰਪਲੀਮੈਂਟ ਫਾਈਂਡ ਕਰੀਏ ਕੰਪਲੀਮੈਂਟਰੀ ਸੈੱਟ A ਡੈਸ਼ ਜਿਹਨੂੰ ਅਸੀਂ ਕਹਿੰਦੇ ਉਹ ਹੁੰਦਾ ਸੀ ਸਾਡਾ U ਮਾਈਨਸ A। ਯੂਨੀਵਰਸਲ ਸੈੱਟ ਦੇ ਵਿੱਚੋਂ ਅਸੀਂ ਇਹਨੂੰ ਮਾਈਨਸ ਕਰਦੇ ਸੀ। ਤੇ ਯੂਨੀਵਰਸਲ ਸੈੱਟ ਕੀ ਹੁੰਦਾ ਸੀਗਾ ਸਭ ਤੋਂ ਵੱਡਾ ਸੈੱਟ ਜਿਹਦੇ A ਤੇ ਸਾਰੇ ਸਬਸੈੱਟ ਹੁੰਦੇ ਸੀਗੇ। ਜਿੰਨੇ ਵੀ ਅਸੀਂ ਸੈੱਟ ਡਿਸਕਸ ਕਰ ਰਹੇ ਹਾਂ ਉਹ ਸਾਰੇ ਹੀ ਕੀ ਹੁੰਦੇ ਸੀ ਯੂਨੀਵਰਸਲ ਸੈੱਟ ਦੇ ਸਬਸੈੱਟ ਹੁੰਦੇ ਸੀ। ਉਹ ਇੱਥੇ ਸਾਡਾ ਯੂਨੀਵਰਸਲ ਸੈੱਟ ਕੀ ਹੈ ਕਿਸੇ ਵੀ ਰੈਂਡਮ ਐਕਸਪੈਰੀਮੈਂਟ ਦੇ ਵਿੱਚ ਸਭ ਤੋਂ ਵੱਡਾ ਸੈੱਟ ਜਿਹੜਾ ਹੁੰਦਾ ਹੈ ਉਹ ਸੈਂਪਲ ਸਪੇਸ ਹੁੰਦਾ S। ਸਾਰੀਆਂ ਹੀ ਇਵੈਂਟਸ ਉਹਦੀਆਂ ਸਬਸੈਟਸ ਹੁੰਦੀਆਂ ਤੇ ਅਸੀਂ U ਦੀ ਥਾਂ ਤੇ ਇੱਥੇ S ਵੀ ਲਿਖ ਸਕਦੇ ਹਾਂ।
ਤਾਂ s ਮਾਈਨਸ a। ਤਾਂ s ਮਾਈਨਸ a ਕਰਾਂਗੇ ਤਾਂ ਹੁਣ ਦੇਖੋ ਇੱਥੋਂ 5 ਤੇ 6 ਮਾਈਨਸ ਹੋ ਜਾਣਗੇ, ਕੀ ਰਹਿ ਜਾਣਗੇ ਸਾਡੇ ਕੋਲ 1 2 3 4 ਹੈ ਨਾ। ਤੇ ਇਹਦੇ ਨੰਬਰ ਆਫ ਐਲੀਮੈਂਟਸ ਕਿੰਨੇ ਹੋ ਗਏ a ਡੈਸ਼ ਦੇ 4। ਤੇ ਜੇ ਅਸੀਂ ਇਹਦੀ ਪ੍ਰੋਬੇਬਿਲਿਟੀ ਫਾਈਂਡ ਕਰੀਏ p a ਡੈਸ਼ ਉਹ ਇਕੁਅਲ ਟੂ ਹੋਏਗੀ ਨੰਬਰ ਆਫ ਐਲੀਮੈਂਟਸ ਇਨ a ਡੈਸ਼ ਅਪੋਨ ਨੰਬਰ ਆਫ ਐਲੀਮੈਂਟਸ ਇਨ s। ਜਿਹਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ ਉੱਪਰ ਉਸੇ ਦੇ ਨੰਬਰ ਆਫ ਐਲੀਮੈਂਟਸ ਆਉਂਦੇ ਹੁੰਦੇ ਆ। ਤੇ ਹੋ ਜਾਏਗਾ 4/6 ਕੈਂਸਲ ਕਰਕੇ 2/3 ਆ ਜਾਏਗਾ। ਠੀਕ ਹੈ, ਤਾਂ ਤੁਸੀਂ ਦੇਖਦੇ ਹੋ ਆ ਦੋਨੇ ਇੱਕੋ ਹੀ ਚੀਜ਼ ਆ ਗਈ, ਯਾਨੀ p a ਡੈਸ਼ ਫਾਈਂਡ ਕਰ ਲਈਏ ਜਾਂ p ਨੋਟ a ਫਾਈਂਡ ਕਰ ਲਈਏ, ਇੱਕੋ ਹੀ ਚੀਜ਼ ਹੁੰਦੀ ਹੈ। p ਨੋਟ a ਤੇ p a ਡੈਸ਼ ਸੇਮ ਚੀਜ਼ ਹੈ, ਇਕੁਅਲ ਟੂ p ਨੋਟ a। ਤਾਂ ਇਹਦੀ ਵੈਲਿਊ 1 ਮਾਈਨਸ p a ਦੇ ਇਕੁਅਲ ਹੁੰਦੀ ਹੈ। ਤਾਂ ਦੋਵੇਂ ਤਰੀਕੇ ਨਾਲ ਅਸੀਂ ਇਹਦੀ ਜਿਹੜੀ ਹੈ ਨੋਟ a ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਇੱਕ ਤਾਂ ਫਾਰਮੂਲੇ ਦੀ ਹੈਲਪ ਨਾਲ, ਜਦੋਂ ਸਾਨੂੰ ਕਿਸੇ ਇਵੈਂਟ ਦੀ ਨਾ ਹੋਣ ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੋਵੇ ਤਾਂ ਅਸੀਂ ਉਸ ਇਵੈਂਟ ਦੇ ਹੋਣ ਦੀ ਪ੍ਰੋਬੇਬਿਲਿਟੀ ਫਾਈਂਡ ਕਰਕੇ 1 ਚੋਂ ਮਾਈਨਸ ਕਰ ਦਿਆਂਗੇ ਤਾਂ ਨੋਟ a ਦੀ ਸਾਡੀ ਜਿਹੜੀ ਹੈ ਪ੍ਰੋਬੇਬਿਲਿਟੀ ਆ ਜਾਏਗੀ। ਜਾਂ ਦੂਸਰਾ ਤਰੀਕਾ ਇਹ ਹੈ ਵੀ ਕਿਸੇ ਇਵੈਂਟ ਦੇ ਨਾ ਹੋਣ ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ ਤਾਂ ਉਸ ਇਵੈਂਟ ਦਾ ਡੈਸ਼ ਫਾਈਂਡ ਕਰ ਲਓ। ਡੈਸ਼ ਫਾਈਂਡ ਕਰਕੇ ਉਹਦੀ ਅਸੀਂ ਸਿੱਧੀ ਪ੍ਰੋਬੇਬਿਲਿਟੀ ਫਾਈਂਡ ਕਰ ਸਕਦੇ ਹਾਂ। ਤਾਂ ਦੋਵੇਂ ਮੈਥਡਸ ਤੋਂ ਜਿਹੜਾ ਮੈਥਡ ਤੁਹਾਨੂੰ ਸੂਟੇਬਲ ਲੱਗੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਖਾਸ ਗੱਲ ਇਹੀ ਧਿਆਨ ਰੱਖਣੀ ਹੈ ਵੀ p a ਡੈਸ਼ ਤੇ p ਨੋਟ a ਦੋਨੇ ਇੱਕੋ ਹੀ ਚੀਜ਼ ਹੁੰਦੀ ਹੈ। ਸੋ ਅੱਜ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਸਾਰੇ ਅਸੀਂ ਫਾਰਮੂਲੇ ਡਿਸਕਸ ਕਰ ਲਏ, ਸਾਰੀਆਂ ਪ੍ਰੋਬੇਬਿਲਿਟੀਜ਼ ਅਸੀਂ ਡਿਸਕਸ ਕਰ ਲਈਆਂ ਹੈਗੀਆਂ। ਹੁਣ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਤੇ ਕੁਝ ਇੰਪੋਰਟੈਂਟ ਕੁਐਸਚਨ ਜੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਇਹ ਡਿਸਕਸ ਕਰਾਂਗੇ।